ਬੱਚੇ ਰੂਟਸ ਦੇ ਵਿੱਚ ਸੈਕੰਡਰੀ ਗਰੋਥ ਤੋਂ ਬਾਅਦ ਹੁਣ ਤੁਹਾਡੇ ਕੋਲ ਆ ਜਾਂਦਾ ਸਭ ਤੋਂ ਪਹਿਲਾਂ ਪ੍ਰਾਇਮਰੀ ਸਟਰਕਚਰ ਆਫ ਡਾਈਕੋਟਿਲੀਨਸ ਸਟੈਮ ਹੈ ਨਾ। ਠੀਕ ਹੈ, ਸੋ ਹੁਣ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਜਾਂਦਾ ਹੋਏਗਾ। ਸ਼ੁਰੂ ਚ ਪ੍ਰੋਬਲਮ ਆਉਂਦੀ ਹੈ, ਕੋਈ ਗੱਲ ਨਹੀਂ, ਹਰ ਚੈਪਟਰ ਨਵਾਂ ਹੈ ਨਾ। ਪਹਿਲਾਂ ਪਲਾਂਟਸ ਨੂੰ ਬਾਹਰੋਂ ਪੜ੍ਹੇ ਅਸੀਂ, ਹੁਣ ਪਲਾਂਟਸ ਨੂੰ ਅੰਦਰ ਪੜ੍ਹਦੇ ਪਏ ਹਾਂ। ਹੁਣ ਜੇਕਰ ਤੁਹਾਡੀ ਬੋਡੀ ਦੀ ਗੱਲ ਕਰੀਏ ਤਾਂ ਤੁਹਾਡੀ ਬੋਡੀ ਦੇ ਵਿੱਚ ਵੀ ਤਾਂ ਕਿੰਨੇ ਸਾਰੇ ਪਾਰਟਸ ਹੈ ਨਾ। ਟੀਥ ਹੀ 4 ਤਰ੍ਹਾਂ ਦੇ ਟੀਥ ਹੈ, ਬੋਨਸ ਕਿੰਨੀ ਤਰ੍ਹਾਂ ਦੀਆਂ ਨੇ। ਇਸੇ ਤਰੀਕੇ ਦੇ ਨਾਲ ਪਲਾਂਟਸ ਦੇ ਵਿੱਚ ਵੀ ਹੈ ਫਿਰ, ਹੈ ਨਾ, ਉਹਨਾਂ ਦੇ ਵੀ ਤਾਂ ਪਾਰਟਸ ਹੈ ਨਾ। ਸੋ ਉਹ ਵੀ ਲਿਵਿੰਗ ਔਰਗੈਨਿਜ਼ਮ ਹੈਗੇ ਆ। ਚਲੀਏ ਹੁਣ ਸਭ ਤੋਂ ਪਹਿਲਾਂ ਲੇਅਰਸ ਥੋੜ੍ਹੀ ਬਦਲ ਜਾਣੀਆਂ ਹੈਗੀਆਂ ਨੇ। ਫਿਰ ਉਹੀ ਗੱਲ ਆ ਗਈ, ਐਪੀਡਰਮਿਸ ਆਊਟਰਮੋਸਟ ਲੇਅਰ ਹੁੰਦੀ ਹੈ, ਸਿੰਗਲ ਲੇਅਰ ਹੋਏਗੀ। ਠੀਕ ਹੈ, ਪ੍ਰੋਟੈਕਟਿਵ ਹੋਏਗੀ, ਕੰਪੈਕਟਲੀ ਅਰੇਂਜਡ ਹੋਣਗੇ, ਇਹਦੇ 'ਚ ਸੈਲਸ ਲਿਵਿੰਗ ਹੈ, ਇਸ ਕਰਕੇ ਪੈਰੇਨਕਾਈਮੇਟਸ ਹੋਣਗੇ। ਬਾਹਰ ਆਊਟਰ ਵਾਲ ਜਿਹੜੀ ਹੈਗੀ, ਠੀਕ ਹੈ, ਸੈਲਸ ਦੀ, ਉਹਦੇ ਬਾਹਰ ਕਿਊਟਿਨ ਜਾਂ ਫਿਰ ਵੈਕਸ ਦੀ ਲੇਅਰ, ਇਹ ਤੁਹਾਨੂੰ ਮੈਂ ਐਪੀਡਰਮਲ ਟਿਸ਼ੂ ਸਿਸਟਮ 'ਚ ਪੜ੍ਹਾਇਆ ਸੀ। ਕਿਊਟੀਕਲ ਪ੍ਰੈਜ਼ੈਂਟ ਹੁੰਦੀ ਵਾਟਰ ਲੋਸ ਨੂੰ ਘੱਟ ਕਰਨ ਦੇ ਲਈ। ਹੋਰ ਐਪੀਡਰਮਿਸ ਦੇ ਵਿੱਚ ਕੀ ਪ੍ਰੈਜ਼ੈਂਟ ਹੋਣਗੇ, ਸਟੋਮੈਟਾ ਪ੍ਰੈਜ਼ੈਂਟ ਹੋਣਗੇ, ਗੈਸਿਸ ਐਕਸਚੇਂਜ ਕਰਦੇ ਆ। ਸਾਰਾ ਸਟੋਮੈਟਾ ਦਾ ਸਟਰਕਚਰ ਦੱਸਿਆ ਹੋਇਆ। ਠੀਕ ਹੈ, ਸੋ ਆਊਟ ਗਰੋਥ ਦੇ ਵਿੱਚ ਤੁਹਾਡੇ ਕੋਲ ਹੇਅਰਸ, ਸਪਾਈਨਸ ਆ ਦੇਖੋ, ਹੈ ਨਾ। ਐਪੀਡਰਮਲ ਸੈਲਸ ਹੀ ਲੰਬੇ ਲੰਬੇ ਹੋ ਜਾਂਦੇ, ਹੇਅਰ ਲਾਈਕ ਸਟਰਕਚਰ ਬਣਾ ਲੈਂਦੇ ਆ। ਗਲੈਂਡਸ ਵੀ ਪ੍ਰੈਜ਼ੈਂਟ ਹੋ ਸਕਦੇ ਆ। ਹੇਅਰ ਜਿਹੜੇ ਹੈਗੇ ਆ ਮਲਟੀ ਸੈਲੂਲਰ ਹੋ ਸਕਦੇ ਆ। ਡਾਈਕੋਟ ਸਟੈਮ, ਧਿਆਨ ਦੇ ਨਾਲ ਸਮਝ ਲਓ ਇਹਨਾਂ ਨੂੰ। ਓਕੇ, ਚਲੀਏ ਅੱਗੇ। ਸੈਕਿੰਡ ਪਾਰਟ ਤੁਹਾਡੇ ਕੋਲ ਆ ਜਾਂਦਾ ਕੋਟੈਕਸ, ਹੈ ਨਾ। ਕੋਟੈਕਸ ਐਪੀਡਰਮਿਸ ਤੋਂ ਬਾਅਦ ਆ ਜਾਂਦਾ ਸੈਵਰ ਲੇਅਰਡ ਥਿਕਸ। ਦੇਖਣ 'ਚ ਹੀ ਲੱਗਦਾ ਪਿਆ ਕਿੰਨਾ ਮੋਟਾ। ਆ ਪਿੰਕ ਕਲਰ, ਲਾਈਟ ਪਿੰਕ ਕਲਰ ਦਾ ਜਿਹੜਾ ਚੌੜਾ ਹਿੱਸਾ ਹੈਗਾ, ਹੈ ਨਾ। ਠੀਕ ਹੈ, ਸੋ ਇਹ ਪੂਰੇ ਤਰੀਕੇ ਦੇ ਨਾਲ ਪੈਰੇਨਕਾਈਮੇਟਸ ਵੀ ਹੋ ਸਕਦਾ, ਪਰ ਕੁਛ ਜਗ੍ਹਾ ਦੇ ਉੱਤੇ ਇਹ ਹਾਈਪੋਡਰਮਿਸ ਸਮਝਾਇਆ ਹੋਇਆ ਮੈਂ ਤੁਹਾਨੂੰ। ਇਹ ਰੂਟ 'ਚ ਵੀ ਆਇਆ ਸੀਗਾ, ਹੈ ਨਾ। ਰੂਟ 'ਚ ਨਹੀਂ, ਜਦੋਂ ਮੈਂ ਤੁਹਾਨੂੰ ਕੋਟੈਕਸ ਗਰਾਊਂਡ ਟਿਸ਼ੂ ਸਿਸਟਮ ਦੇ ਵਿੱਚ ਪੜ੍ਹਾਇਆ ਸੀ, ਉੱਥੇ ਦੱਸਿਆ ਸੀਗਾ ਕਿ ਕਈ ਵਾਰੀ ਕੋਟੈਕਸ ਦੀਆਂ ਸ਼ੁਰੂ ਵਾਲੀਆਂ ਲੇਅਰਸ ਦੇ ਵਿੱਚ ਨਾ ਸੈਲਸ ਜਿਹੜੇ ਹੈਗੇ ਡਬਲ ਲੇਅਰਡ ਹੋ ਜਾਂਦੇ ਆ, ਹੈ ਨਾ, ਡਬਲ ਵਾਲ ਵਾਲੇ ਹੋ ਜਾਂਦੇ ਆ, ਸਕਲੀਨਕਾਈਮੇਟਸ ਹੋ ਜਾਂਦੇ, ਉਹਨੂੰ ਅਸੀਂ ਹਾਈਪੋਡਰਮਿਸ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਬਾਕੀ ਸਾਰਾ ਜਿਹੜਾ ਕੋਟੈਕਸ ਆ ਉਹ ਪੈਰੇਨਕਾਈਮੇਟਸ ਹੀ ਹੁੰਦਾ ਹੈ। ਠੀਕ ਹੈ ਜੀ। ਸੋ ਐਂਡੋਡਰਮਿਸ ਵੇਵੀ ਜੀ ਲੇਅਰ ਜਿਹੜੀ ਹੈਗੀ ਹੈ ਐਂਡੋਡਰਮਿਸ, ਹੈ ਨਾ। ਇਨਰਮੋਸਟ ਲੇਅਰ ਕਹਿ ਸਕਦੇ ਹੋ ਤੁਸੀਂ ਕੋਟੈਕਸ ਦੀ। ਕੋਟੈਕਸ ਤੋਂ ਬਾਅਦ ਹੀ ਸ਼ੁਰੂ ਹੋ ਗਈ ਨਾ ਐਂਡੋਡਰਮਿਸ, ਹੈ ਨਾ। ਸੋ ਤੁਸੀਂ ਇਹਨੂੰ ਕੋਟੈਕਸ ਦੀ ਇਨਰਮੋਸਟ ਲੇਅਰ ਵੀ ਕਹਿ ਸਕਦੇ ਹੋ। ਠੀਕ ਹੈ, ਸੋ ਇਹਦੇ 'ਚ ਵੀ ਸਿੰਗਲ ਲੇਅਰ ਬੈਰਲ ਸ਼ੇਪਡ ਸੈਲਸ, ਬਾਰ ਅਸੀਂ ਇਹ ਗੱਲ ਕਰਦੇ ਪਏ ਹਾਂ। ਲੰਬੇ ਜੇ ਇਹਦੇ 'ਚ ਸੈਲਸ ਹੁੰਦੇ ਆ, ਸਟਾਰਚ ਗ੍ਰੇਨਸ ਪ੍ਰੈਜ਼ੈਂਟ ਹੁੰਦੇ ਆ, ਸਮਝਦੇ ਪਏ ਹੋ। ਡਾਈਕੋਟ ਸਟੈਮ ਜਿਹੜੀ ਹੈ ਉਹਦੀ ਐਂਟੀਡਰਮਿਸ ਦੇ ਵਿੱਚ, ਠੀਕ ਹੈ, ਸੈਲਸ ਦੇ ਅੰਦਰ ਸਟਾਰਚ ਗ੍ਰੇਨ ਪ੍ਰੈਜ਼ੈਂਟ ਹੁੰਦੀ ਹੈ। ਇਹ ਡਾਈਕੋਟ ਸਟੈਮ, ਧਿਆਨ ਦਿਓ ਇਸ ਗੱਲ ਵੱਲ। ਜੇ ਤੁਹਾਨੂੰ ਯਾਦ ਹੈ ਤਾਂ ਮੈਂ ਰੂਟ ਦੇ ਵਿੱਚ ਤੁਹਾਨੂੰ ਪੜ੍ਹਾਇਆ ਸੀਗਾ, ਠੀਕ ਹੈ, ਜਾਂ ਫਿਰ ਗਰਾਊਂਡ ਟਿਸ਼ੂ 'ਚ ਵੀ ਜਿਹੜੀਆਂ ਐਂਡੋਡਰਮਿਸ ਹੁੰਦੀਆਂ ਨਾ, ਉਹਦੇ 'ਚ ਕੈਸਪੇਰੀਅਨ ਸਟ੍ਰਿਪਸ ਪ੍ਰੈਜ਼ੈਂਟ ਹੁੰਦੀਆਂ। ਪਰ ਡਾਈਕੋਟ ਸਟੈਮ ਦੀ ਜਿਹੜੀ ਐਂਡੋਡਰਮਿਸ ਹੈਗੀ ਨਾ, ਉਹਨਾਂ 'ਚ ਕੋਈ ਵੀ ਕੈਸਪੇਰੀਅਨ ਸਟ੍ਰਿਪਸ ਨਹੀਂ ਪ੍ਰੈਜ਼ੈਂਟ ਹੁੰਦੀਆਂ, ਸਟਾਰਚ ਗ੍ਰੇਨਸ ਪ੍ਰੈਜ਼ੈਂਟ ਹੁੰਦੇ ਆ। ਇਸ ਕਰਕੇ ਅਸੀਂ ਇਹਨੂੰ ਸਟਾਰਚ ਸ਼ੀਥ ਵੀ ਕਹਿੰਦੇ ਹਾਂ। ਚੌਥਾ ਪਾਰਟ ਤੁਹਾਡੇ ਕੋਲ ਆ ਗਿਆ ਪੈਰੀਸਾਈਕਲ, ਉਹ ਵੀ ਐਂਡੋਡਰਮਿਸ ਵਰਗਾ ਹੀ ਹੈ। ਆ ਇੱਕ ਸਿੰਗਲ ਲੇਅਰ ਪੈਰੀਸਾਈਕਲ ਜਿਹੜਾ ਹੈਗਾ, ਠੀਕ ਹੈ, ਸੋ ਉਹ ਇੱਕ ਲੇਅਰ ਦਾ ਵੀ ਹੋ ਸਕਦਾ, ਬਹੁਤ ਸਾਰੀਆਂ ਲੇਅਰਸ ਦਾ ਵੀ ਹੋ ਸਕਦਾ। ਠੀਕ ਹੈ, ਨੈਚੁਰਲੀ ਐਂਡੋਡਰਮਿਸ, ਬਾਹਰ ਵਾਲੀ ਐਂਡੋਡਰਮਿਸ ਅਤੇ ਵੈਸਕੂਲਰ ਸਿਲੰਡਰ ਉਹਦੇ ਵਿਚਕਾਰ ਪ੍ਰੈਜ਼ੈਂਟ ਹੈਗਾ, ਹੈ ਨਾ। ਇਹ ਤੁਹਾਨੂੰ ਸਾਰਾ ਪਤਾ ਵੀ ਕਿੱਥੇ ਪ੍ਰੈਜ਼ੈਂਟ ਹੁੰਦਾ। ਥਿਨ ਵਾਲਡ ਸੈਲਸ ਦਾ ਬਣਿਆ ਹੁੰਦਾ। ਠੀਕ ਹੈ, ਕੁਛ ਜਗ੍ਹਾ ਦੇ ਉੱਤੇ। ਹੁਣ ਦੇਖੋ ਆਹ ਹੈ ਨਾ ਬੱਚੇ ਪੈਰੀਸਾਈਕਲ, ਅੰਦਰ ਵਾਲੀ ਵੇਵੀ ਲੇਅਰ, ਅਤੇ ਉਹਦੇ ਤੋਂ ਬਾਅਦ ਹੀ ਵੈਸਕੂਲਰ ਬੰਡਲਸ ਸ਼ੁਰੂ ਹੋ ਗਏ ਨਾ। ਕਹਿੰਦਾ ਕਿ ਪੈਰੀਸਾਈਕਲ ਜਿਹੜੀ ਹੈਗੇ ਨਾ, ਉਹਦਾ ਜਿਹੜਾ ਪਾਰਟ ਵੈਸਕੂਲਰ ਬੰਡਲਸ ਦੇ ਨਾਲ ਅਟੈਚਡ ਹੈ। ਇੱਥੇ ਨਹੀਂ ਹੈ ਵੈਸਕੂਲਰ ਬੰਡਲ, ਹੈ ਨਾ। ਜਿੱਥੇ ਠੀਕ ਹੈ ਪੈਰੀਸਾਈਕਲ ਦਾ ਹਿੱਸਾ ਵੈਸਕੂਲਰ ਬੰਡਲ ਦੇ ਨਾਲ ਅਟੈਚਡ ਹੈ, ਉਹ ਕਈ ਵਾਰੀ ਮੋਟਾ ਹੋ ਜਾਂਦਾ ਅਤੇ ਅਸੀਂ ਉਹਨੂੰ ਹਾਰਡ ਬਾਸਟ ਵੀ ਕਹਿੰਦੇ ਹਾਂ, ਸਮਝਦੇ ਪਏ ਹੋ। ਅਤੇ ਜਿਹੜਾ ਥਿਨ ਵਾਲਡ ਪੈਚਿਸ ਹੈਗੇ ਆ, ਠੀਕ ਹੈ ਨਾ, ਸੋ ਉਹਦੇ ਪ੍ਰਾਇਮਰੀ ਮੈਡੂਲਰੀ ਰੇਜ਼ ਨਿਕਲਣਗੀਆਂ ਉੱਥੋਂ ਦੀ। ਇਹਨਾਂ ਨੂੰ ਭੁੱਲਣਾ ਨਹੀਂ ਹੈ, ਜਦੋਂ ਸੈਕੰਡਰੀ ਗਰੋਥ ਪੜ੍ਹਾਉਣੀ ਇਹਨਾਂ ਦਾ ਬਾਰ ਨਾਮ ਆਉਣਾ ਹੈਗਾ ਮੈਡੂਲਰੀ ਰੇਜ਼ ਦਾ। ਠੀਕ ਹੈ ਜੀ। ਸੋ ਵੈਸਕੂਲਰ ਸਿਸਟਮ, ਹੈ ਨਾ। ਮੈਂ ਨਹੀਂ ਹੁਣ ਦੱਸਣਾ ਕੋ ਜੁਆਇੰਟ ਕੀ ਹੁੰਦਾ, ਕੋ ਲੇਟਰਲ ਕੀ ਹੁੰਦਾ ਸਟੈਮਸ ਦੇ ਵਿੱਚ। ਇਹਦੇ 'ਚ ਕੀ ਆ, ਤੁਹਾਨੂੰ ਡਾਈਕੋਟ ਸਟੈਮਸ ਦੀਆਂ ਨਾ 2 ਪਲਾਂਟਸ ਦੇ ਵਿੱਚ ਸ਼ੋਅ ਕੀਤਾ ਹੋਇਆ। ਇਹ ਸਨਫਲਾਵਰ ਦੀ ਹੈ। ਇਹ ਹੁਣ ਬੱਚੇ ਤੁਸੀਂ ਸ਼ਾਇਦ ਕੋਈ ਸੋਚੇ ਵੀ ਇਹ ਕੀ ਚੀਜ਼ਾਂ ਹੈਗੀਆਂ। ਇਹ ਕੀ ਕਹਿ ਦਈਦਾ ਵੀ ਇਹ ਇਸ ਤਰੀਕੇ ਦੇ ਨਾਲ ਤੁਸੀਂ ਮਤਲਬ ਸਟੈਮ ਨੂੰ ਦੇਖਿਆ, ਇਹ ਡਾਇਗਰਾਮੈਟਿਕ ਕਹਿ ਦਈਦਾ, ਠੀਕ ਹੈ ਨਾ। ਇਹ ਡਾਇਗਰਾਮੈਟਿਕ ਹੈ, ਇਹ ਸੈਲੂਲਰ ਸਟਰਕਚਰ ਹੈ, ਪੂਰੀ ਐਕਸਪਲੇਨ ਕੀਤਾ ਹੋਇਆ ਸੈਲਸ ਨੂੰ ਇਕੱਲੇ ਨੂੰ। ਇਹ ਡਾਇਗਰਾਮੈਟਿਕ ਐਕਸਪਲੇਨੇਸ਼ਨ ਹੈ। ਹੁਣ ਇਹਦੇ ਵਿੱਚ ਦੇਖੋ ਤੁਹਾਨੂੰ ਇੱਦਾਂ ਥੋੜ੍ਹੀ ਸੈਲਸ ਨਹੀਂ ਦਿਖਾਏ ਹੈਗੇ, ਸੈਲਸ ਦੀ ਸ਼ੇਪ ਥੋੜ੍ਹੀ ਦਿਖਾਈ ਹੈ। ਇੱਥੇ ਡਿਟੇਲ ਦੇ ਵਿੱਚ, ਠੀਕ ਹੈ, ਤੁਹਾਨੂੰ ਸੈਲੂਲਰ ਸਟਰਕਚਰ ਦਿਖਾਇਆ ਹੋਇਆ ਡਾਈਕੋਟ ਸਟੈਮ ਦਾ। ਇਹ ਸਨਫਲਾਵਰ ਦੀ ਹੈ, ਇਹ ਕੁਕਰਬੀਟਾ ਦੀ ਹੈ। ਕੁਕਰਬੀਟਾ ਵੀ ਡਾਈਕੋਟ ਪਲਾਂਟ ਹੈਗਾ। ਓਕੇ, ਠੀਕ ਹੈ। ਸੋ ਵੈਸਕੂਲਰ ਬੰਡਲਸ, ਕੋ ਜੁਆਇੰਟ, ਕੋਲੇਟਰਲ, ਬਾਈਕੋਲੇਟਰਲ, ਕੰਸੈਂਟਰਿਕ, ਐਂਫੀਵੇਸਲ, ਓਪਨ, ਸਾਰਾ ਕੁਛ ਡਿਟੇਲ 'ਚ ਪੜ੍ਹਾਇਆ ਹੋਇਆ। ਮੈਂ ਨਹੀਂ ਹੁਣ ਦੱਸਣਾ ਹੈ ਕਿ ਇਹ ਕੀ ਹੈ।
ਆ ਬਾਕੀ ਤੁਸੀਂ ਡਿਟੇਲ ਦੇਖ ਸਕਦੇ ਹੋ। ਕੋਟੈਕਸ ਦੇ ਸੈੱਲ ਇਸ ਤਰ੍ਹਾਂ ਦੇ, ਐਪੀਡਰਮਿਸ ਦੇ ਇੱਦਾਂ ਦੇ, ਠੀਕ ਹੈ ਜੀ। ਕਿਊਟੀਕਲ ਬਾਹਰ ਪ੍ਰੈਜ਼ੈਂਟ ਹੈਗੀ ਹੈ। ਮੈਡੂਲਰੀ ਰੇਜ਼ ਦੱਸੀਆਂ ਸੀ ਮੈਂ ਤੁਹਾਨੂੰ ਜਦੋਂ ਗਰਾਊਂਡ ਟਿਸ਼ੂ ਸਿਸਟਮ ਪੜ੍ਹਾਇਆ ਸੀ, ਇਹੀ ਡਾਇਗਰਾਮ ਦਿਖਾਈ ਸੀ ਮੈਂ ਤੁਹਾਨੂੰ, ਹੈ ਨਾ। ਵੈਸਕੂਲਰ ਬੰਡਲਸ ਦੇ ਵਿਚਕਾਰ ਮੈਡੂਲਰੀ ਰੇਜ਼, ਪ੍ਰੋਟੋਜ਼ਾਈਲਮ, ਮੈਟਾਜ਼ਾਈਲਮ, ਪਿਥ, ਓਕੇ, ਠੀਕ ਹੈ ਜੀ। ਸੋ ਮੈਡੂਲਰੀ ਰੇਜ਼, ਹੈ ਨਾ, ਪੇਰੇਨਕਾਈਮੇਟਸ ਏਰੀਆਜ਼ ਹੈਗੇ ਨੇ, 2 ਐਡਜਸਟੈਂਟ ਵੈਸਕੂਲਰ ਬੰਡਲਸ ਦੇ ਵਿਚਕਾਰ ਪ੍ਰੈਜ਼ੈਂਟ ਹੁੰਦੀ ਮੈਡੂਲਰੀ ਰੇ। ਪਿਥ ਆ ਗਿਆ, ਡਾਈਕੋਟਿਲੀਡਨਸ ਸਟੈਮ ਦਾ ਸੈਂਟਰ ਵਾਲਾ ਪੋਰਸ਼ਨ ਜਿਹੜਾ ਹੈਗਾ, ਇਹਦੇ ਚ ਲਾਰ ਥਿਨ ਵਾਲਡ ਪੇਰੇਨਕਾਈਮੇਟਸ ਸੈਲਸ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ, ਜਿਨ੍ਹਾਂ ਦੇ ਅੰਦਰ ਕਿ ਸਪੇਸ ਹੁੰਦੀ ਹੈ, ਉਹ ਪਿਥ ਬਣਾਉਂਦੇ ਆ, ਓਕੇ, ਠੀਕ ਹੈ। ਹੁਣ ਪ੍ਰਾਇਮਰੀ ਸਟਰਕਚਰ ਤੁਹਾਡੇ ਕੋਲ ਆ ਗਿਆ ਮੋਨੋਕੋਟੀਲੀਡਨਸ ਸਟੈਮ ਦਾ, ਠੀਕ ਹੈ। ਸੋ ਜੀਆਮੇਜ਼ ਦੀ ਰੂਟ ਵੀ ਜੀਆਮੇਜ਼ ਦੀ ਲਈ ਸੀ ਮੋਨੋਕੋਟ ਦੀ, ਠੀਕ ਹੈ, ਸਟੈਮ ਵੀ ਜੀਆਮੇਜ਼ ਦੀ ਹੈ, ਓਕੇ। ਐਪੀਡਰਮਿਸ ਆਊਟਰਮੋਸਟ ਸਿੰਗਲ ਲੇਅਰਡ ਪ੍ਰੋਟੈਕਟਿਵ ਕਵਰਿੰਗ ਹੈਗੀ ਹੈ, ਪੇਰੇਨਕਾਈਮੇਟਸ ਸੈਲਸ ਦੀ ਬਣੀ ਹੈ, ਠੀਕ ਹੈ। ਕਿਊਟਿਨ ਹੁੰਦੀ ਹੈ, ਠੀਕ ਹੈ, ਕਿਊਟਿਨਾਈਜ਼ਡ ਹੁੰਦੀ ਹੈ ਨਾ, ਕੁਛ ਸਟੋਮੈਟਾ ਪ੍ਰੈਜ਼ੈਂਟ ਹੋਣਗੇ, ਠੀਕ ਹੈ। ਸੋ ਮੋਨੋਕੋਟ ਸਟੈਮ ਦੇ ਵਿੱਚ ਹੇਅਰ ਨਹੀਂ ਹੁੰਦੇ, ਇਸ ਗੱਲ ਵੱਲ ਧਿਆਨ ਦੇਣਾ, ਐਵੇਂ ਨਹੀਂ ਕਹਿ ਦੇਣਾ ਇੱਥੇ ਐਪੀਡਰਮਿਸ ਤੋਂ ਹੇਅਰ ਲਾਈਕ ਸਟਰਕਚਰਸ ਨਹੀਂ ਨਿਕਲਦੇ ਆ। ਡਾਈਕੋਟ ਸਟੈਮ ਦੇ ਵਿੱਚ ਕਿਹਾ ਸੀ ਹੇਅਰ ਲਾਈਕ ਸਟਰਕਚਰ ਪ੍ਰੈਜ਼ੈਂਟ ਹੈ, ਮੋਨੋਕੋਟ ਸਟੈਮ ਦੇ ਵਿੱਚ ਕੋਈ ਹੇਅਰ ਲਾਈਕ ਸਟਰਕਚਰ ਨਹੀਂ ਪ੍ਰੈਜ਼ੈਂਟ ਹੁੰਦੇ। ਇੱਥੇ ਬੱਚੇ ਇਹਨੇ ਕੋਟੈਕਸ ਨਹੀਂ ਕਿਹਾ, ਇਹਨੇ ਹਾਈਪੋਡਰਮਿਸ ਕਹਿ ਦਿੱਤਾ, ਹੈ ਨਾ। ਅਗਲੀ ਲੇਅਰ ਨੂੰ ਇਹਨੇ ਕੀ ਕਹਿ ਦਿੱਤਾ, ਮੋਨੋਕੋਟ ਸਟੈਮ ਦੇ ਵਿੱਚ ਕੋਈ ਗੱਲ ਨਹੀਂ, ਠੀਕ ਹੈ। ਹਾਈਪੋਡਰਮਿਸ ਤਾਂ ਹੋ ਸਕਦੀ ਹੈ ਨਾ, ਨੈਚੁਰਲੀ ਕੋਟੈਕਸ ਜਿਹੜੀ ਸੀਗੀ ਉਹਦੀ ਬਾਹਰ ਵਾਲੀ ਲੇਅਰ ਨੂੰ ਹੀ ਅਸੀਂ ਹਾਈਪੋਡਰਮਿਸ ਕਿਹਾ ਸੀ, ਐਪੀਡਰਮਿਸ ਤੋਂ ਥੱਲੇ, ਤਾਂ ਕੋਈ ਗੱਲ ਨਹੀਂ, ਹੈ ਨਾ। ਸੋ ਐਪੀਡਰਮਿਸ ਤੋਂ ਬਾਅਦ ਸਕਲੀਰਨਕਾਈਮੇਟਸ, ਇਹਦੇ ਸੈਲਸ ਤੁਹਾਨੂੰ ਪਤਾ ਹੈ, ਠੀਕ ਹੈ। ਸੋ ਡਬਲ ਲੇ ਵਾਲ ਵਾਲੇ ਹੁੰਦੇ ਆ, ਸਕਲੀਰਨਕਾਈਮੇਟਸ ਹੁੰਦੇ ਆ, ਲਿਗਨਿਨ ਡਿਪੋਜ਼ਿਟ ਹੁੰਦਾ ਇਹਨਾਂ ਦੇ ਅੰਦਰ ਬਹੁਤ, ਇਸ ਕਰਕੇ ਇਸ ਸਟੈਮ ਨੂੰ ਮਕੈਨੀਕਲ ਸਟਰੈਂਥ ਪ੍ਰੋਵਾਈਡ ਕਰਦੇ ਆ, ਠੀਕ ਹੈ ਜੀ। ਤੀਸਰਾ ਬੱਚੇ ਤੁਹਾਡੇ ਕੋਲ ਆ ਜਾਂਦਾ ਗਰਾਊਂਡ ਟਿਸ਼ੂ ਮੋਨੋਕੋਟ ਸਟੈਮਸ ਦੇ ਵਿੱਚ। ਹੁਣ ਤੋਂ ਤੁਹਾਨੂੰ ਬਹੁਤ ਹੈਰਾਨੀ ਹੋਏਗੀ ਜੇਕਰ ਮੈਂ ਤੁਹਾਨੂੰ ਸਟਰਕਚਰ ਦਿਖਾਵਾਂ ਤਾਂ ਤੁਸੀਂ ਮੈਨੂੰ ਦੱਸੋ ਮੈਂ ਕਿਤੇ ਲੇਬਲਿੰਗ ਕੀਤੀ ਕੋਟੈਕਸ ਵਗੈਰਾ ਦੀ? ਕਿਤੇ ਨਹੀਂ ਨਾ ਕੀਤੀ ਹੈਗੀ। ਹਾਈਪੋਡਰਮਿਸ ਕਿਹਾ, ਠੀਕ ਹੈ, ਐਪੀਡਰਮਿਸ ਕਿਹਾ, ਪਰ ਕੋਟੈਕਸ ਸਮਝਦੇ ਪਏ ਹੋ, ਠੀਕ ਹੈ ਨਾ। ਕੋਟੈਕਸ ਪੈਰੀਸਾਈਕਲ ਕਿਤੇ ਨਹੀਂ ਹੈ, ਕਿਉਂਕਿ ਮੋਨੋਕੋਟ ਸਟੈਮਸ ਦੇ ਵਿੱਚ ਇਹ ਸਾਰੇ ਐਬਸੈਂਟ ਹੈਗੇ ਆ। ਕੋਟੈਕਸ, ਐਂਡੋਡਰਮਿਸ, ਠੀਕ ਹੈ, ਹਾਈਪੋਡਰਮਿਸ ਹੈਗੀ ਹੈ, ਐਂਡੋਡਰਮਿਸ, ਪੈਰੀਸਾਈਕਲ, ਪਿਥ, ਇਹ ਸਭ ਐਬਸੈਂਟ ਹੈ। ਇੱਦਾਂ ਦਾ ਕੁਛ ਨਹੀਂ ਪੜ੍ਹਨਾ ਹੈਗਾ, ਸਿਰਫ ਗਰਾਊਂਡ ਟਿਸ਼ੂ ਉੱਦਾਂ ਹੀ ਕਹਿ ਦਿੰਦਾ ਓਵਰਆਲ ਕਿ ਗਰਾਊਂਡ ਟਿਸ਼ੂ ਪ੍ਰੈਜ਼ੈਂਟ ਹੈ। ਪੇਰੇਨਕਾਈਮੇਟਸ ਸੈਲਸ ਦਾ ਬਣਿਆ ਹੋਇਆ ਗਰਾਊਂਡ ਟਿਸ਼ੂ ਪ੍ਰੈਜ਼ੈਂਟ ਹੈਗਾ, ਸਮਝਦੇ ਪਏ ਹੋ। ਸਾਰਾ ਗਰਾਊਂਡ ਟਿਸ਼ੂ ਵਿੱਚ ਵੈਸਕੂਲਰ ਬੰਡਲ ਪਏ ਹੋਏ ਆ। ਆਹ ਦੇਖੋ ਡਾਇਗਰਾਮੈਟਿਕ ਇੱਦਾਂ ਨਜ਼ਰ ਆਉਂਦੀ ਹੈ ਮੋਨੋਕੋਟ ਸਟੈਮ, ਵੈਸਕੂਲਰ ਬੰਡਲ ਕਿੰਨੇ ਸਾਰੇ, ਓਕੇ, ਇਹਦੇ 'ਚ ਇੱਦਾਂ, ਠੀਕ ਹੈ ਜੀ। ਹੁਣ ਵੈਸਕੂਲਰ ਸਿਸਟਮ ਦੇ ਬਾਰੇ 'ਚ ਪੜ੍ਹ ਲਈਏ। ਸਾਫ਼ ਨਜ਼ਰ ਆਉਂਦਾ ਪਿਆ ਵੀ ਸ਼ੇਪ ਲੱਗ ਰਹੀ ਜਾਂ ਵਾਈ ਸ਼ੇਪ ਲੱਗ ਰਹੀ ਹੈ, ਠੀਕ ਹੈ ਨਾ। ਵੈਸਕੂਲਰ ਬੰਡਲਸ ਦੀ ਰਹਿਣੇ ਤਾਂ ਉਹੀ ਹੈ ਬੱਚੇ, ਠੀਕ ਹੈ। ਸੋ ਇਹ ਪ੍ਰੋਟੋਜ਼ਾਈਲਮ, ਇਹ ਮੈਟਾਜ਼ਾਈਲਮ, ਹੈ ਨਾ। ਪ੍ਰੋਟੋਜ਼ਾਈਲਮ ਅੰਦਰ ਪਾਸੇ, ਮੈਟਾਜ਼ਾਈਲਮ ਬਾਹਰ ਵਾਲੇ ਪਾਸੇ ਨੂੰ ਹੈ, ਠੀਕ ਹੈ। ਸੋ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਵਾਟਰ ਕੈਵਿਟੀ ਲਟਕੀ ਹੋਈ ਹੈ ਪ੍ਰੋਟੋਜ਼ਾਈਲਮ ਦੇ ਨਾਲ, ਫਲੋਇਮ, ਆਹ ਫਲੋਇਮ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੋਨੋਕੋਟ ਸਟੈਮਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਵੈਸਕੂਲਰ ਬੰਡਲ 'ਚ ਕੈਂਬੀਅਮ ਨਹੀਂ ਹੁੰਦਾ। ਮੈਂ ਵੈਸਕੂਲਰ ਬੰਡਲ ਤੁਹਾਨੂੰ ਪੜ੍ਹਾਏ ਸੀ, ਜੇ ਯਾਦ ਹੈ, ਤੇ ਦਿਖਾਇਆ ਸੀ ਵੈਸਕੂਲਰ ਬੰਡਲ, ਆਹ ਵੈਸਕੂਲਰ ਬੰਡਲ, ਹੈ ਨਾ। ਕਲੋਜ਼ਡ ਵੈਸਕੂਲਰ ਬੰਡਲ, ਕੋਈ ਕੈਂਬੀਅਮ ਨਹੀਂ ਹੈ, ਇੱਥੇ ਵੀ ਨਹੀਂ ਹੈ, ਠੀਕ ਹੈ। ਸੋ ਵੈਸਕੂਲਰ ਬੰਡਲ ਸਕੈਟਰਡ, ਖਿਲਰੇ ਪਏ ਹੁੰਦੇ ਆ ਪੂਰੀ ਸਟੈਮ ਦੇ ਅੰਦਰ, ਗਰਾਊਂਡ ਟਿਸ਼ੂ ਦੇ ਅੰਦਰ, ਠੀਕ ਹੈ। ਸਾਈਜ਼ ਦੇ ਵਿੱਚ ਛੋਟੇ ਹੁੰਦੇ ਆ, ਹੈ ਨਾ, ਠੀਕ ਹੈ, ਪੈਰੀਫਰੀ ਵਾਲੇ ਪਾਸੇ ਨੂੰ, ਤੇ ਜਿੱਦਾਂ ਅਸੀਂ ਸੈਂਟਰ 'ਚ ਆਉਂਦੇ ਜਾਂਦੇ ਆ ਵੱਡੇ ਹੁੰਦੇ ਜਾਂਦੇ ਆ ਵੈਸਕੂਲਰ ਬੰਡਲ ਜਿਹੜੇ ਆ। ਕੋਜੁਆਇੰਟ, ਕੋਲੇਟਰਲ, ਐਂਡਾਰਕ, ਕਲੋਜ਼ਡ, ਠੀਕ ਹੈ ਜੀ। ਸੋ ਜ਼ਾਈਲਮ ਜਿਹੜੀ ਹੈਗੀ ਹੈ, ਠੀਕ ਹੈ, ਵਾਈ ਸ਼ੇਪ ਜਾਂ ਤੁਸੀਂ ਵੀ ਸ਼ੇਪ ਤੁਸੀਂ ਇਹਨਾਂ ਦੇ ਅੰਦਰ ਕਹਿ ਸਕਦੇ ਹੋ, ਹੈ ਨਾ। ਮੈਟਾਜ਼ਾਈਲਮ ਜਿਹੜੀ ਹੈਗੀ ਹੈ, ਠੀਕ ਹੈ। ਸੋ ਵਾਈ ਦੇ ਉੱਪਰ ਵਾਲੇ ਕਿਨਾਰਿਆਂ ਦੇ ਉੱਤੇ ਹੈ, ਤੇ ਪ੍ਰੋਟੋਜ਼ਾਈਲਮ ਜਿਹੜੀ ਉਹਦੀ ਵਾਈ ਦੀ ਡੰਡੀ ਹੁੰਦੀ ਹੈ। ਤਾਂ ਇਸ ਤਰ੍ਹਾਂ ਨੈਚੁਰਲੀ ਇਹ ਕਹਿ ਰਹੇ ਆ ਇੱਦਾਂ ਤੇ ਡੰਡੀ, ਹੈ ਨਾ, ਠੀਕ ਹੈ। ਸੋ ਇੱਥੇ ਪ੍ਰੈਜ਼ੈਂਟ ਹੈਗੀ ਹੈ, ਠੀਕ ਹੈ। ਸੋ ਇੱਕ ਵਾਟਰ ਕੰਟੇਨਿੰਗ ਲਾਈਸੀਜੀਨਸ ਕੈਵਿਟੀ ਦਾ ਨਾਮ ਵੀ ਦੱਸਿਆ, ਪਾਣੀ ਦੇ ਨਾਲ ਭਰੀ ਹੋਈ, ਉਹ ਪ੍ਰੋਟੋਜ਼ਾਈਲਮ ਵੈਸਲਸ ਦੇ ਐਂਡ ਉੱਤੇ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ। ਸੋ ਐਕਚੁਅਲੀ ਦੇ ਵਿੱਚ ਉਹ ਕਿੱਥੋਂ ਬਣੀ ਹੈ, ਠੀਕ ਹੈ। ਸੋ ਪ੍ਰੋਟੋਜ਼ਾਈਲਮ ਵੈਸਲਸ, ਹੈ ਨਾ, ਤੇ ਥੋੜ੍ਹੇ ਜਿਹੇ ਪੇਰੇਨਕਾਈਮਾ ਜਿਹੜੇ ਸੀ ਨਾ ਉਹ ਥੋੜ੍ਹੇ ਜਿਹੇ ਡਿਜ਼ੋਲਵ ਹੋ ਗਏ, ਸਮਝਦੇ ਪਏ ਹੋ। ਪ੍ਰੋਟੋਜ਼ਾਈਲਮ ਤੇ ਇੱਥੇ ਜਿਹੜੇ ਪੇਰੇਨਕਾਈਮੇਟਸ ਸੈਲਸ ਪਏ ਸੀ ਨਾ ਉਹੀ ਘੁਲ ਗਏ, ਉਹਨਾਂ ਨੇ ਹੀ ਇਹ ਇੱਕ ਪਾਣੀ ਦੇ ਨਾਲ ਭਰੀ ਹੋਈ ਕੈਵਿਟੀ ਬਣਾ ਦਿੱਤੀ, ਸਮਝਦੇ ਪਏ ਹੋ ਗੱਲ ਨੂੰ, ਠੀਕ ਹੈ। ਫਲੋਇਮ ਜਿਹੜੀ ਹੈਗੀ ਆ ਉਹ ਬਾਹਰ ਵਾਲੇ ਪਾਸੇ ਨੂੰ ਲਾਈ ਕਰਦੀ, ਆ ਇੱਥੇ ਹੈ ਫਲੋਇਮ, ਹੈ ਨਾ, ਵੈਸਕੂਲਰ ਬੰਡਲ ਦੇ ਵਿੱਚ, ਠੀਕ ਹੈ ਜੀ। ਆਮ ਤੌਰ 'ਤੇ, ਠੀਕ ਹੈ, ਮੋਨੋਕੋਟੀਲੀਡਨਸ ਸਟੈਮਸ ਦੇ ਵਿੱਚ, ਠੀਕ ਹੈ, ਸਕੈਂਡਰੀ ਗਰੋਥ ਨਹੀਂ ਹੁੰਦੀ, ਠੀਕ ਹੈ, ਪਰ ਇੱਕ ਅਲੱਗ ਤਰ੍ਹਾਂ ਦੀ ਸਕੈਂਡਰੀ ਗਰੋਥ ਹੋ ਵੀ ਸਕਦੀ ਹੈ, ਉਹ ਤੁਹਾਡੀ ਬੁੱਕ 'ਚ ਸ਼ਾਇਦ ਅੱਗੇ ਟੌਪਿਕ ਹੈ। ਪਰ ਹੁਣ ਅਸੀਂ ਚੱਲੀਏ, ਪਹਿਲਾਂ ਅਸੀਂ ਹੁਣ ਸਕੈਂਡਰੀ ਗਰੋਥ ਕਰੀਏ ਡਾਈਕੋਟੀਲੀਡਨਸ ਸਟੈਮ ਦੇ ਵਿੱਚ, ਸਮਝਦੇ ਪਏ ਹੋ, ਠੀਕ ਹੈ। ਸੋ ਇਹਨੂੰ ਬੱਚੇ ਮੈਂ ਥੋੜ੍ਹਾ ਜਿਹਾ ਤੁਹਾਡੇ ਲਈ ਉਹਦਾ ਈਜ਼ੀ ਹੈ, ਜਿਹਨੇ ਰੂਟ ਦੀ ਪੜ੍ਹ ਲਈ ਉਹਦੇ ਲਈ ਸਟੈਮ ਦੀ ਸਕੈਂਡਰੀ ਗਰੋਥ ਕੋਈ ਐਡੀ ਔਖੀ ਨਹੀਂ ਹੈ, ਠੀਕ ਹੈ ਨਾ। ਸੋ ਮੈਂ ਤੁਹਾਨੂੰ ਪਹਿਲਾਂ ਡਾਇਗਰਾਮ ਦਿਖਾ ਦੇਣਾ ਚਾਹੁੰਦੀ ਹਾਂ,
हाँ ਉਹੀ ਫਿਰ ਤੋਂ ਦੁਬਾਰਾ ਐਪੀਡਰਮਿਸ ਕੋਰਟੈਕਸ ਹੈ ਨਾ, ਠੀਕ ਹੈ, ਐਂਡੋਡਰਮਿਸ ਪੈਰੀਸਾਈਕਲ ਹੈ ਨਾ, ਠੀਕ ਹੈ ਜੀ, ਜ਼ਾਈਲਮ ਐਂਡ ਫਲੋਇਮ ਵੈਸਕੂਲਰ ਬੰਡਲਸ, ਠੀਕ ਹੈ, ਨਾਲ ਨਾਲ ਆ ਦਿਖਾ ਰਿਹਾ ਕਿਉਂਕਿ ਕੀ ਦਿਖਾ ਰਿਹਾ ਤੁਹਾਨੂੰ ਇੱਥੇ ਤੁਸੀਂ ਨਾ ਫੈਸੀਕੂਲਰ ਕੈਂਬੀਅਮ ਇੰਟਰਫੈਸੀਕੂਲਰ ਕੈਂਬੀਅਮ ਦੇ ਬਾਰੇ 'ਚ ਬਹੁਤ ਪੜ੍ਹਨਾ ਹੈਗਾ ਹੈ ਨਾ। ਪੂਰੇ ਕੈਂਬੀਅਮ ਦੀ ਰਿੰਗ ਬਣ ਜਾਂਦੀ ਹੈ ਵੈਸਕੂਲਰ ਬੰਡਲਸ ਦੇ ਵਿਚਕਾਰ। ਹੁਣ ਯਾਦ ਰੱਖਿਓ, ਠੀਕ ਹੈ ਬੱਚੇ, ਇੱਕ ਵੈਸਕੂਲਰ ਬੰਡਲ ਉੱਥੇ ਫਲੋਇਮ ਅਤੇ ਜ਼ਾਈਲਮ ਦੇ ਵਿਚਕਾਰ ਜਿਹੜਾ ਕੈਂਬੀਅਮ ਹੁੰਦਾ ਨਾ ਉਹਨੂੰ ਅਸੀਂ ਫੈਸੀਕੂਲਰ ਕੈਂਬੀਅਮ ਕਹਿ ਦਿੰਦੇ ਹਾਂ ਜਾਂ ਫਿਰ ਇਕੱਲਾ ਕੈਂਬੀਅਮ ਵੀ ਕਹਿ ਦਿੰਦੇ ਹਾਂ। ਦੋ ਵੈਸਕੂਲਰ ਬੰਡਲਸ ਦੇ ਵਿਚਕਾਰ ਜਦੋਂ ਕੈਂਬੀਅਮ ਡਿਵੈਲਪ ਹੋਣਾ ਸ਼ੁਰੂ ਹੋ ਜਾਏ ਨਾ ਉਹਨੂੰ ਅਸੀਂ ਇੰਟਰਫੈਸੀਕੂਲਰ ਕੈਂਬੀਅਮ ਕਹਿੰਦੇ ਹਾਂ। ਸੋ ਇਹ ਕੀ ਕਿਹਾ ਮੈਂ ਕਿਹਾ ਕਿ ਵੈਸਕੂਲਰ ਬੰਡਲ 'ਚ ਫਲੋਇਮ ਅਤੇ ਜ਼ਾਈਲਮ ਦੇ ਵਿਚਕਾਰ ਜਿਹੜਾ ਕੈਂਬੀਅਮ ਹੁੰਦਾ ਨਾ ਬੱਚੇ ਉਹਨੂੰ ਫੈਸੀਕੂਲਰ ਕੈਂਬੀਅਮ ਕਹਿੰਦੇ ਆ ਜਾਂ ਸਿੰਪਲ ਕੈਂਬੀਅਮ। ਓਕੇ, ਦੋ ਵੈਸਕੂਲਰ ਬੰਡਲ ਦੇ ਵਿਚਕਾਰ ਜਿਹੜਾ ਕੈਂਬੀਅਮ ਬਣਦਾ ਨਾ ਉਹਨੂੰ ਨਾ ਇੰਟਰਫੈਸੀਕੂਲਰ ਕੈਂਬੀਅਮ ਕਹਿੰਦੇ ਆ। ਸੋ ਬੱਚੇ ਫੈਸੀਕੂਲਰ ਕੈਂਬੀਅਮ ਅਤੇ ਇੰਟਰਫੈਸੀਕੂਲਰ ਕੈਂਬੀਅਮ ਜਦੋਂ ਨੈਚੁਰਲੀ ਇੱਦਾਂ ਕਰਕੇ ਬੱਚੇ ਬਹੁਤ ਸਾਰੇ ਵੈਸਕੂਲਰ ਬੰਡਲ ਦੇ ਕੈਂਬੀਅਮ ਆਪਸ 'ਚ ਜੁੜ ਗਏ ਅਤੇ ਇੱਕ ਰਿੰਗ ਬਣ ਜਾਣੀ ਹੈ ਨਾ, ਓਵਰਆਲ ਅਸੀਂ ਇਹਨੂੰ ਕਹਿਣਾ ਹੈਗਾ ਵੈਸਕੂਲਰ ਕੈਂਬੀਅਮ। ਓਕੇ, ਇਹਨੂੰ ਅਸੀਂ ਓਵਰਆਲ ਕੀ ਕਹਿਣਾ ਹੈਗਾ ਵੈਸਕੂਲਰ ਕੈਂਬੀਅਮ। ਠੀਕ ਹੈ, ਸੋ ਹੁਣ ਕੀ ਹੋਣ ਲੱਗਾ, ਠੀਕ ਹੈ, ਸੋ ਡਾਈਕੋਟ ਸਟੈਮ ਦੇ ਵਿੱਚ ਸੈਕੰਡਰੀ ਗਰੋਥ ਕਿਸ ਤਰੀਕੇ ਦੇ ਨਾਲ ਹੋਣ ਲੱਗੀ ਹੈ ਵੈਸਕੂਲਰ ਰੂਟ ਦੇ ਵਿੱਚ ਵੀ ਇੱਦਾਂ ਹੀ ਕਿਹਾ ਸੀਗਾ, ਰੂਟ ਦੇ ਵਿੱਚ ਵੀ ਅਸੀਂ ਕਿਹਾ ਸੀ ਕੈਂਬੀਅਮ ਬਣਦਾ ਹੈਗਾ ਹੈ ਨਾ, ਕੋਰਕ ਵੀ ਬਣਨਾ ਹੈਗਾ, ਇਹਦੇ 'ਚ ਵੀ ਬਣਨਾ ਹੈਗਾ। ਠੀਕ ਹੈ ਜੀ, ਸੋ ਵੈਸਕੂਲਰ ਕੈਂਬੀਅਮ ਪਰ ਨੈਚੁਰਲੀ ਰੂਟ ਤੇ ਉਹਦਾ ਫਰਕ ਤਾਂ ਹੈ ਨਾ, ਉਹਦੇ 'ਚ ਅਸੀਂ ਕਿਹਾ ਸੀ ਪੈਰੀਸਾਈਕਲ ਤੋਂ ਬਣਿਆ ਕੈਂਬੀਅਮ ਅਤੇ ਫਲੋਇਮ ਸਟੈਂਡਸ ਤੋਂ। ਅਤੇ ਕੀ ਹੈਗਾ ਹੁਣ ਤੁਹਾਨੂੰ ਪਤਾ ਕਿ ਇਹ ਡਾਈਕੋਟ ਸਟੈਮ ਹੈ। ਮੈਂ ਫਿਰ ਤੋਂ ਦੁਬਾਰਾ ਤੁਹਾਡੇ ਲਈ ਵੈਸਕੂਲਰ ਬੰਡਲ ਬਣਾਇਆ, ਫਲੋਇਮ ਹੈ, ਜ਼ਾਈਲਮ ਹੈ, ਵਿੱਚ ਕੈਂਬੀਅਮ ਹੈ। ਠੀਕ ਹੈ, ਮੈਂ ਹੁਣੇ ਦੱਸਿਆ ਜ਼ਾਈਲਮ ਅਤੇ ਫਲੋਇਮ ਦੇ ਵਿਚਕਾਰ ਜਿਹੜਾ ਕੈਂਬੀਅਮ ਹੁੰਦਾ ਨਾ ਇੱਕ ਵੈਸਕੂਲਰ ਬੰਡਲ ਦੇ ਅੰਦਰ ਉਹਨੂੰ ਅਸੀਂ ਫੈਸੀਕੂਲਰ ਕੈਂਬੀਅਮ ਕਹਿੰਦੇ ਹੈਗੇ ਆ। ਇਹ ਕਿਹਦੇ ਤੋਂ ਬਣਿਆ ਸੀਗਾ ਸ਼ੂਟ ਏਪੀਕਲ ਮੈਰੀਸਟੈਮ ਨੂੰ ਯਾਦ ਕਰ ਲਿਓ, ਨਹੀਂ ਤੇ ਬੁੱਕ ਖੋਲ ਕੇ ਦੇਖ ਲਿਓ ਸਟਾਰਟਿੰਗ 'ਚ ਉਹਦੇ ਪ੍ਰੋ ਕੈਂਬੀਅਮ ਤੋਂ ਬਣਿਆ ਇਹ ਵਾਲਾ ਕੈਂਬੀਅਮ। ਠੀਕ ਹੈ ਜੀ, ਸੋ ਜਿਹੜਾ ਸੈਕੰਡਰੀ ਗਰੋਥ ਜਿਹੜੀ ਹੈਗੀ ਹੈ ਹੁਣ ਹੋਰ ਕਿੱਦਾਂ ਸ਼ੁਰੂ ਹੋ ਗਈ ਜਦੋਂ ਨਵਾਂ ਕੈਂਬੀਅਮ ਬਣਨਾ ਸ਼ੁਰੂ ਹੋ ਗਿਆ ਕਿਹਦੇ ਅੰਦਰ ਪ੍ਰਾਇਮਰੀ ਮੈਡੂਲਰੀ ਰੇਜ਼। ਹੁਣੇ ਮੈਂ ਜਦੋਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਟੈਮ ਪੜ੍ਹਾਈ ਹੈ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਡੂਲਰੀ ਰੇਜ਼ ਨੂੰ ਯਾਦ ਰੱਖਿਓ, ਇਹ ਬਹੁਤ ਇੰਪੋਰਟੈਂਟ ਹੁੰਦੀਆਂ ਸਟੈਮ 'ਚ, ਇਹਨਾਂ 'ਚ ਵੀ ਕੈਂਬੀਅਮ ਬਣਨਾ ਸ਼ੁਰੂ ਹੋ ਜਾਂਦਾ। ਠੀਕ ਹੈ, ਸੋ ਹੁਣ ਪੇਰਨਕਾਈਮੇਟਸ ਸੈਲਸ ਜਿਹੜੇ ਸੀਗੇ ਨਾ ਆਹ ਕੈਂਬੀਅਮ ਸੀਗਾ ਹੈ ਨਾ, ਇਹ ਤਾਂ ਵੈਸਕੂਲਰ ਬੰਡਲ ਦੇ ਅੰਦਰ ਕੈਂਬੀਅਮ ਸੀਗਾ ਬੱਚੇ, ਇਹਦੇ ਕੁਛ ਸੈੱਲ ਜਿਹੜੇ ਸੀ ਹੁਣ ਡਿਵਾਈਡ ਕਰਨਾ ਸ਼ੁਰੂ ਹੋ ਗਏ ਅਤੇ ਉਹਨਾਂ ਨੇ ਇੰਟਰਫੈਸੀਕੂਲਰ ਕੈਂਬੀਅਮ ਬਣਾਉਣਾ ਸ਼ੁਰੂ ਕਰ ਦਿੱਤਾ, ਇੱਕ ਕੰਪਲੀਟ ਰਿੰਗ ਬਣ ਗਈ ਹੈ ਨਾ। ਇਹ ਫੈਸੀਕੂਲਰ ਕੈਂਬੀਅਮ ਜਿਹੜਾ ਕਿ ਵੈਸਕੂਲਰ ਬੰਡਲ ਦੇ ਅੰਦਰ ਹੈ, ਇੱਕ ਵੈਸਕੂਲਰ ਬੰਡਲ ਦੇ ਅੰਦਰ ਇੰਟਰਫੈਸੀਕੂਲਰ ਕੈਂਬੀਅਮ ਜਿਹੜੇ ਕਿ ਦੋ ਵੈਸਕੂਲਰ ਬੰਡਲਸ ਦੇ ਵਿਚਕਾਰ ਹੈ, ਇਹ ਮਿਲ ਕੇ ਵੈਸਕੂਲਰ ਕੈਂਬੀਅਮ ਬਣਾਉਂਦੇ ਹੈ। ਇਹਨੂੰ ਨਹੀਂ ਹੁਣ ਤੁਸੀਂ ਭੁੱਲਣਾ। ਹੁਣ ਚਲੀਏ ਵੈਸਕੂਲਰ ਕੈਂਬੀਅਮ ਦੇ ਉੱਤੇ। ਠੀਕ ਹੈ ਜੀ, ਹੁਣ ਬਣ ਚੁੱਕਾ ਤੁਹਾਡੇ ਕੋਲ ਵੈਸਕੂਲਰ ਕੈਂਬੀਅਮ। ਉਹਦੇ ਅੰਦਰ ਕੀ ਹੈ ਬੱਚੇ ਦੋ ਤਰ੍ਹਾਂ ਦੇ ਨਾ ਸੈੱਲ ਪ੍ਰੈਜ਼ੈਂਟ ਹੁੰਦੇ ਆ। ਹੁਣ ਵੈਸਕੂਲਰ ਕੈਂਬੀਅਮ ਨੂੰ ਦਿਮਾਗ 'ਚ ਰੱਖਣਾ, ਫਿਊਜ਼ੀਫੋਰਮ ਇਨੀਸ਼ੀਅਲ ਅਤੇ ਰੇ ਇਨੀਸ਼ੀਅਲ। ਜਿਹੜੇ ਤਾਂ ਫਿਊਜ਼ੀਫੋਰਮ ਇਨੀਸ਼ੀਅਲ ਹੈਗੇ ਨਾ ਇਹ ਵਰਟੀਕਲੀ ਲੰਬਾਈ ਦੇ ਵਿੱਚ, ਠੀਕ ਹੈ, ਲੈਂਥ ਦੇ ਵਿੱਚ ਲੰਬੇ ਲੰਬੇ ਜਿਹੇ ਇਲੋਂਗੇਟਿਡ ਸੈੱਲਸ ਹੈਗੇ ਆ ਹੈ ਨਾ, ਇਹ ਕੀ ਬਣਾਉਣਗੇ ਇਹ ਜ਼ਾਈਲਮ ਐਂਡ ਫਲੋਇਮ ਬਣਾਉਣਗੇ। ਸਮਝਦੇ ਪਏ ਗੱਲ ਨੂੰ। ਠੀਕ ਹੈ, ਜਦ ਕਿ ਜਿਹੜੇ ਰੇ ਇਨੀਸ਼ੀਅਲ ਹੈਗੇ ਆ, ਠੀਕ ਹੈ ਨਾ, ਸੋ ਅੱਗੇ ਜਾ ਕੇ ਜਦੋਂ ਤੁਸੀਂ ਹੁਣ ਪੜ੍ਹ ਲਿਆ ਵੈਸਕੂਲਰ ਕੈਂਬੀਅਮ ਕਿਸ ਤਰੀਕੇ ਦੇ ਨਾਲ ਬਣਿਆ। ਹੁਣ ਮੈਂ ਤੁਹਾਨੂੰ ਅੱਗੇ ਸਮਝਾਉਂਦੀ ਹਾਂ ਹਜੇ ਤੱਕ, ਪਰ ਇੱਥੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਰੇ ਇਨੀਸ਼ੀਅਲ ਦੇ ਬਾਰੇ 'ਚ ਵੀ ਦੱਸ ਦੇਵਾਂ। ਠੀਕ ਹੈ ਨਾ, ਸੋ ਇਹ ਜਦੋਂ ਤੁਹਾਨੂੰ ਸੈਕਿੰਡ ਪਾਰਟ ਆਉਣਾ ਨਾ ਚਲੋ ਉਦੋਂ ਦੱਸਾਂਗੇ, ਕੋਈ ਗੱਲ ਨਹੀਂ, ਹੁਣ ਤੁਸੀਂ ਕਨਫਿਊਜ਼ ਨਾ ਹੋ ਜਾਓ। ਰੇ ਇਨੀਸ਼ੀਅਲ ਨੂੰ ਰੁਕ ਜਾਓ ਹਜੇ, ਇਹਦਾ ਰੋਲ ਇੱਥੇ ਹੈ ਜਦੋਂ ਕੀ ਬਣਨੀ ਹੈ ਸੈਕੰਡਰੀ ਮੈਡੂਲਰੀ ਰੇਜ਼। ਸੋ ਇੱਕ ਗੱਲ ਤੁਹਾਨੂੰ ਸਮਝ ਆ ਰਹੀ ਹੈ ਨਾ, ਸਟੈਮ ਦੇ ਵਿੱਚ ਸੈਕੰਡਰੀ ਗਰੋਥ ਕਦੋਂ ਹੋਈ ਜਦੋਂ ਵੈਸਕੂਲਰ ਕੈਂਬੀਅਮ ਬਣਿਆ। ਠੀਕ ਹੈ, ਅਤੇ ਕੀ ਬਣਿਆ ਸੈਕੰਡਰੀ ਮੈਡੂਲਰੀ ਰੇਜ਼ ਦੱਸਦੇ ਹਾਂ। ਹੁਣ ਤੁਸੀਂ ਪਹਿਲਾਂ ਹਜੇ ਤੱਕ ਵੈਸਕੂਲਰ ਕੈਂਬੀਅਮ 'ਤੇ ਹੀ ਆਓ। ਉਹਦੇ ਦੋ ਤਰ੍ਹਾਂ ਦੇ ਜਿਹੜੇ ਸੈੱਲ ਸੀਗੇ ਫਿਊਜ਼ੀਫੋਰਮ ਇਨੀਸ਼ੀਅਲਸ ਹੈ ਨਾ, ਉਹ ਹੁਣ ਬੱਚੇ ਕਿੱਦਾਂ ਕੀ ਕਰਦੇ ਆ ਹੈ ਨਾ, ਇਹ ਇੱਕ ਲੈ ਲਿਆ ਕੈਂਬੀਅਮ ਦਾ ਇੱਕ ਫਿਊਜ਼ੀਫੋਰਮ ਇਨੀਸ਼ੀਅਲ ਲੈ ਲਿਆ ਹੈ ਨਾ, ਸੀ ਨਾਲ ਹੀ ਡਿਨੋਟ ਕਰਾਂਗੇ, ਕੈਂਬੀਅਮ ਤਾਂ ਸੈੱਲ ਹੈਗਾ। ਠੀਕ ਹੈ ਬੱਚੇ, ਉਹ ਡਿਵਾਈਡ ਕੀਤਾ, ਉਹਦੇ ਤੋਂ ਇੱਕ ਹੋਰ ਕੈਂਬੀਅਮ ਬਣ ਗਿਆ, ਅੱਛਾ ਪ੍ਰਾਇਮਰੀ ਜ਼ਾਈਲਮ ਬਣ ਗਈ। ਨੈਚੁਰਲੀ ਹੁਣ ਸੈਕੰਡਰੀ ਗਰੋਥ ਦਾ ਮਤਲਬ ਹੀ ਕੀ ਹੈ ਬੱਚੇ ਸੈਕੰਡਰੀ ਜ਼ਾਈਲਮ ਐਂਡ ਸੈਕੰਡਰੀ ਫਲੋਇਮ ਬਣਨੀ ਚਾਹੀਦੀ। ਪਰ ਚਲੋ ਪਹਿਲਾਂ ਹਜੇ ਤੱਕ ਪ੍ਰਾਇਮਰੀ ਜ਼ਾਈਲਮ ਬਣੀ ਨਾ, X1 ਨੂੰ ਅਸੀਂ ਮੈਂ ਕਹਿ ਸਕਦੀ ਹਾਂ ਜ਼ਾਈਲਮ, ਐਕਸ ਅਤੇ ਸਪੈਲਿੰਗ ਜ਼ਾਈਲਮ ਦੇ ਐਕਸ ਤੋਂ ਇਹ ਪ੍ਰਾਇਮਰੀ ਬਣੀ। ਓਕੇ, ਜਦੋਂ ਕੈਂਬੀਅਮ ਸੈੱਲ ਡਿਵਾਈਡ ਕੀਤਾ ਇੱਕ ਹੋਰ ਕੈਂਬੀਅਮ ਸੈੱਲ ਤਾਂ ਬਣਿਆ ਹੀ ਬਣਾ। ਠੀਕ ਹੈ, ਅਤੇ ਨਾਲ ਕੀ ਬਣ ਗਈ ਪ੍ਰਾਇਮਰੀ ਫਲੋਇਮ ਵੀ ਬਣ ਗਈ। ਓਕੇ, ਪ੍ਰਾਇਮਰੀ ਜ਼ਾਈਲਮ ਤਾਂ ਸੀਗੀ ਜਦੋਂ ਡਿਵਾਈਡ ਕੀਤਾ। ਠੀਕ ਹੈ, ਇੱਕ ਕੈਂਬੀਅਲ ਸੈੱਲ ਤਾਂ ਬਣਿਆ ਹੀ ਬਣਿਆ। ਹੁਣ ਇਹਦੇ ਪ੍ਰਾਇਮਰੀ ਦੇ ਅੰਦਰ ਬਣਦੀ ਹੈ ਸੈਕੰਡਰੀ। ਤੁਸੀਂ ਕਦੀ ਵੀ ਲੇਬਲਿੰਗ ਵੀ ਦੇਖ ਲਿਓ ਜਾਂ ਫਿਰ ਮੈਂ ਜੇਕਰ ਤੁਹਾਨੂੰ ਹੁਣ ਪੂਰੀ ਡਿਟੇਲ ਦੇ ਵਿੱਚ ਬੱਚੇ ਤੁਹਾਨੂੰ ਡਾਈਕੋਟ ਸਟੈਮ ਦਿਖਾਈ ਗਈ ਹੈ ਨਾ, ਕੋਰਕ ਕੈਂਬੀਅਮ, ਕੋਰਟੈਕਸ, ਐਂਡੋਡਰਮਿਸ,
ਠੀਕ ਹੈ ਜੀ। ਸੋ ਇਹ ਪੈਰੀਸਾਈਕਲ, ਐਂਡੋਡਰਮਿਸ ਤੋਂ ਅੰਦਰ ਪੈਰੀਸਾਈਕਲ ਹੈ ਨਾ। ਆਹ ਪ੍ਰਾਇਮਰੀ ਫਲੋਇਮ ਤਾਂ ਬਹੁਤ ਥੋੜ੍ਹੀ ਰਹਿ ਜਾਂਦੀ ਹੈ, ਬਿਲਕੁਲ ਬਾਰ ਮੈਂ ਰੂਟ 'ਚ ਵੀ ਦੱਸਿਆ ਕਰਸ਼ ਹੋ ਜਾਂਦੀ ਹੈ। ਠੀਕ ਹੈ ਜੀ। ਫਿਰ ਸੈਕੰਡਰੀ ਫਲੋਇਮ ਆ ਚੁੱਕੀ ਹੈ, ਸੈਂਟਰ 'ਚ ਫਲੋਇਮ ਬਾਹਰ ਆ ਗਈ ਸਾਰੀ, ਪ੍ਰਾਇਮਰੀ ਫਲੋਇਮ ਵੀ, ਸੈਕੰਡਰੀ ਫਲੋਇਮ ਵੀ, ਕੈਂਬੀਅਮ ਆ ਗਿਆ। ਨੈਚੁਰਲੀ ਡਾਈਕੋਟ ਸਟੈਮ ਹੈਗੀ, ਕੈਂਬੀਅਮ ਦਾ ਤਾਂ ਬਹੁਤ ਇੰਪੋਰਟੈਂਸ ਹੈ। ਠੀਕ ਹੈ ਜੀ। ਫਿਰ ਸੈਕੰਡਰੀ ਜ਼ਾਈਲਮ ਆ ਗਈ। ਠੀਕ ਹੈ। ਸੋ ਆਹ ਬਣੀ ਇੱਥੇ ਪ੍ਰਾਇਮਰੀ ਦੇ ਅੰਦਰ ਬਣੀ ਸੈਕੰਡਰੀ। ਦੇਖੋ ਬੱਚੇ ਇੱਥੇ ਸੈਕੰਡਰੀ ਜ਼ਾਈਲਮ ਦੀ ਲੇਬਲਿੰਗ ਪਹਿਲਾਂ ਹੈ। ਠੀਕ ਹੈ। ਪ੍ਰਾਇਮਰੀ ਜ਼ਾਈਲਮ ਤਾਂ ਹਜੇ ਤੱਕ ਬੜੀ ਦੂਰ ਹੈ, ਅੰਦਰ ਤੱਕ ਹੈ ਪ੍ਰਾਇਮਰੀ ਜ਼ਾਈਲਮ। ਸੇਮ ਉਹੀ ਗੱਲ ਹੀ ਆ ਗਈ। ਰੂਟ ਦੇ ਵਿੱਚ ਵੀ ਤਾਂ ਇੱਦਾਂ ਹੀ ਸੀ, ਨਹੀਂ ਸੀ ਰੂਟ ਦੇ ਵਿੱਚ ਆਹ ਸਟਾਰ, ਆਹ ਡਾਰਕ ਕਲਰ ਦਾ ਸਟਾਰ ਕੌਣ ਸੀਗਾ? ਠੀਕ ਹੈ, ਪ੍ਰਾਇਮਰੀ ਜ਼ਾਈਲਮ ਹੀ ਸੀਗੀ। ਉਹਦੇ ਬਾਹਰ ਸੈਕੰਡਰੀ ਜ਼ਾਈਲਮ, ਉਹਦੇ ਬਾਹਰ ਸੈਕੰਡਰੀ ਫਲੋਇਮ, ਉਹਦੇ ਬਾਹਰ ਪ੍ਰਾਇਮਰੀ ਫਲੋਇਮ। ਓਕੇ, ਇਹ ਚੀਜ਼ਾਂ ਨਹੀਂ ਬਦਲ ਜਾਣੀਆਂ। ਠੀਕ ਹੈ ਜੀ। ਤਾਂ ਸੈਕੰਡਰੀ ਜ਼ਾਈਲਮ ਇੱਥੇ ਬਣ ਚੁੱਕੀ ਹੈ। ਆਹ ਦੇਖੋ ਕੈਂਬੀਅਮ ਦੇ ਜਿਹੜੇ ਰੇ ਇਨੀਸ਼ੀਅਲ ਸੀਗੇ, ਆਹ ਰੇ ਇਨੀਸ਼ੀਅਲ ਪੜ੍ਹਾਉਣੇ ਆ ਮੈਂ ਹਜੇ। ਉਹਦੇ ਤੋਂ ਬਣ ਗਈਆਂ ਮੈਡੂਲਰੀ ਰੇਸ, ਕਿੰਨੀਆਂ ਲੰਬੀਆਂ ਮੈਡੂਲਰੀ ਰੇਸ। ਓਕੇ, ਠੀਕ ਹੈ। ਫਿਰ ਦੱਸਾਂਗੇ ਤੁਹਾਨੂੰ ਹੈ ਨਾ ਸਪਰਿੰਗ ਵੁੱਡ, ਆਟਮ ਵੁੱਡ ਹੈ ਨਾ। ਠੀਕ ਹੈ। ਸੋ ਇਹ ਪ੍ਰਾਇਮਰੀ ਜ਼ਾਈਲਮ ਅਤੇ ਸਭ ਤੋਂ ਅੰਦਰ ਪਿਥ। ਓਕੇ, ਠੀਕ ਹੈ। ਸੋ ਇਹਦੇ ਨਾਲ ਤੁਹਾਨੂੰ ਆਸਾਨ ਹੋ ਜਾਏਗਾ ਟੌਪਿਕ ਨੂੰ ਸਮਝਣਾ। ਠੀਕ ਹੈ। ਸੋ ਬੱਚੇ ਫਿਰ ਕੈਂਬੀਅਨ ਸੈੱਲ ਡਿਵਾਈਡ ਕੀਤੇ, ਸੈਕੰਡਰੀ ਜ਼ਾਈਲਮ ਬਣ ਗਈ। ਫਿਰ ਆਹ ਕੈਂਬੀਅਨ ਸੈੱਲ ਡਿਵਾਈਡ ਕੀਤਾ, ਸੈਕੰਡਰੀ ਫਲੋਇਮ ਬਣ ਗਈ। ਠੀਕ ਹੈ ਨਾ। ਫਿਰ ਇਹ ਕੈਂਬੀਅਨ ਸੈੱਲ ਡਿਵਾਈਡ ਕੀਤਾ ਤਾਂ ਅੱਗੇ ਤੋਂ ਅੱਗੇ ਜ਼ਾਈਲਮ ਬਣਦੀ ਜਾਏਗੀ। ਸੋ ਇਸ ਤਰੀਕੇ ਦੇ ਨਾਲ, ਠੀਕ ਹੈ। ਸੋ ਕੈਂਬੀਅਮ ਦੇ ਫਿਊਜ਼ੀਫੋਰਮ ਸੈੱਲਸ ਡਿਵਾਈਡ ਹੋਈ ਜਾ ਰਹੇ ਨੇ, ਅੰਦਰ ਬਾਹਰ ਸੈਕੰਡਰੀ ਜ਼ਾਈਲਮ, ਸੈਕੰਡਰੀ ਫਲੋਇਮ ਬਣਾਈ ਜਾ ਰਹੇ ਨੇ ਅੱਗੇ ਤੋਂ ਅੱਗੇ। ਠੀਕ ਹੈ ਜੀ। ਸੋ ਮੈਨੂੰ ਤਾਂ ਰੂਟ ਦੀ ਸੈਕੰਡਰੀ ਗਰੋਥ ਦੇ ਨਾਲ ਨਾ ਸਟੈਮ ਦੀ ਸੈਕੰਡਰੀ ਗਰੋਥ ਬਿਲਕੁਲ ਸਿੰਪਲ ਹੈਗੀ ਬੱਚੇ, ਬਸ ਕੁਛ ਵੀ ਨਹੀਂ ਹੈ ਇਹਦੇ ਵਿੱਚ। ਵੈਸਕੂਲਰ ਕੈਂਬੀਅਮ ਜਿਹੜਾ ਹੈ ਨਾ, ਉਹਦੀ ਸਾਰੀ ਐਕਟੀਵਿਟੀ ਸੀ, ਉਹਦੇ ਹੀ ਸੈਲਸ ਡਿਵਾਈਡ ਕਰੀ ਗਏ ਸੈਕੰਡਰੀ ਜ਼ਾਈਲਮ ਐਂਡ ਸੈਕੰਡਰੀ ਫਲੋਇਮ ਐਡ ਹੁੰਦਾ ਜਾ ਰਿਹਾ, ਵਿੱਚ ਐਡ ਹੁੰਦਾ ਜਾ ਰਿਹਾ, ਬਸ ਉਹਦੇ ਕਰਕੇ ਸੈਕੰਡਰੀ ਗਰੋਥ ਹੋ ਰਹੀ ਹੈ ਸਟੈਮ ਦੀ। ਹੁਣ ਰਹਿ ਗਈਆਂ ਤੁਹਾਡੇ ਕੋਲ, ਠੀਕ ਹੈ, ਫੋਰਮੇਸ਼ਨ ਆਫ ਸੈਕੰਡਰੀ ਮੈਡੂਲਰੀ ਰੇਸ ਹੈ ਨਾ। ਹੁਣ ਤੁਹਾਨੂੰ ਯਾਦ ਮੈਂ ਦੱਸਿਆ ਸੀਗਾ ਵੈਸਕੂਲਰ ਕੈਂਬੀਅਮ ਦੇ ਫਿਊਜ਼ੀਫੋਰਮ ਸੈਲਸ ਅਤੇ ਰੇ ਇਨੀਸ਼ੀਅਲ ਸੈਲਸ ਹੈ ਨਾ। ਨਾਮ ਤੋਂ ਪਤਾ ਲੱਗਦਾ ਪਿਆ ਇਹ ਬਣਾਉਣਗੇ, ਰੇ ਇਨੀਸ਼ੀਅਲਸ ਬਣਾਉਣਗੇ। ਆਈਸੋਡਾਇਮੈਟ੍ਰਿਕ ਸੈੱਲ ਹੁੰਦੇ ਆ, ਸੇਮ ਡਾਇਆਮੀਟਰ ਵਾਲੇ ਸੈੱਲ ਹੁੰਦੇ ਆ, ਅਤੇ ਇਹ ਮੈਡੂਲਰੀ ਰੇਜ਼ ਬਣਾਉਂਦੇ ਆ ਸੈਕੰਡਰੀ ਜ਼ਾਈਲਮ ਅਤੇ ਸੈਕੰਡਰੀ ਫਲੋਇਮ ਦੇ ਵਿਚਕਾਰ। ਠੀਕ ਆ, ਉਹਨੂੰ ਹੀ ਅਸੀਂ ਕਹਿ ਦਿੰਦੇ ਹਾਂ ਸੈਕੰਡਰੀ ਮੈਡੂਲਰੀ ਰੇਜ਼ ਹੈ ਨਾ। ਠੀਕ ਆ। ਸੋ ਇਹ ਇੱਕ ਲੇਅਰ ਦੀਆਂ ਜਾਂ ਇੱਕ ਨਾਲੋਂ ਜ਼ਿਆਦਾ ਲੇਅਰਸ ਦੀਆਂ ਵੀ ਮੋਟੀਆਂ ਹੋ ਸਕਦੀਆਂ ਨੇ, ਮੈਂ ਤੁਹਾਨੂੰ ਦਿਖਾਈਆਂ ਹੈ ਨਾ। ਹਾਈਟ ਦੇ ਵਿੱਚ ਵੀ ਕਾਫੀ ਲੰਬੀਆਂ ਹੁੰਦੀਆਂ ਨੇ ਇਹ ਮੈਡੂਲਰੀ ਰੇਜ਼ ਜਿਹੜੀਆਂ ਹੈਗੀਆਂ ਨੇ ਹੈ ਨਾ। ਇਹ ਇੱਕ ਤਰ੍ਹਾਂ ਦਾ ਸਟੈਮ ਦਾ ਕੀ ਬਣਾਉਂਦੀਆਂ ਨੇ, ਰੇਡੀਅਲ ਸਿਸਟਮ ਹੈ ਨਾ, ਚੌੜਾਈ ਦੇ ਵਿੱਚ। ਠੀਕ ਹੈ। ਸੋ ਬੱਚੇ ਇਹ ਥੋੜ੍ਹੀ ਕਿ ਥੱਲੇ ਤੋਂ ਉੱਪਰ ਨੂੰ ਅਤੇ ਉੱਪਰ ਤੋਂ ਥੱਲੇ ਨੂੰ ਪਾਣੀ ਅਤੇ ਫੂਡ ਜਿਹੜਾ ਚਾਹੀਦਾ ਸਾਈਡਾਂ 'ਤੇ ਵੀ ਤਾਂ ਚਾਹੀਦਾ ਨਾ। ਠੀਕ ਹੈ। ਸੋ ਮੈਡੂਲਰੀ ਰੇਜ਼ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ। ਠੀਕ ਹੈ। ਇਹ ਟਰਾਂਸਪੋਰਟ ਕਰਦੀਆਂ ਹੈ ਨਾ, ਰੇਡੀਅਲ ਕੰਡਕਸ਼ਨ ਕਰਦੀਆਂ ਸਲਿਊਟਸ ਦੀ ਸਾਈਡਾਂ ਤੋਂ। ਚੌੜੀ ਹੋ ਗਈ ਨਾ ਸਟੈਮ ਦੀ, ਗਿਰਥ ਵੱਧ ਗਈ ਜਦੋਂ ਉਹਦੀ ਸੈਕੰਡਰੀ ਗਰੋਥ ਹੋ ਗਈ, ਏਡੀ ਮੋਟੀ ਹੋ ਗਈ ਸਟੈਮ ਹੈ ਨਾ। ਤਾਂ ਸਾਈਡਾਂ 'ਤੇ ਵੀ ਤਾਂ ਭੋਜਨ ਅਤੇ ਪਾਣੀ ਜਾਣਾ ਚਾਹੀਦਾ ਨਾ। ਠੀਕ ਹੈ। ਦੂਸਰੀ ਗੱਲ, ਇਹ ਪਿੱਥ ਨੂੰ ਕੋਟੈਕਸ ਨਾਲ ਜੋੜਦੀਆਂ, ਇਹ ਰੂਟ 'ਚ ਵੀ ਇਹ ਗੱਲ ਗਈ ਸੀ ਹੈ ਨਾ। ਠੀਕ ਹੈ। ਸੋ ਪਿੱਥ ਇੱਥੇ ਪ੍ਰੈਜ਼ੈਂਟ ਹੁੰਦੀ, ਇੱਥੋਂ ਦੀ ਕੋਟੈਕਸ ਤੱਕ ਜੋੜਦੀਆਂ, ਆਪਸ 'ਚ ਕਨੈਕਸ਼ਨ ਬਣਾ ਕੇ ਰੱਖਦੀਆਂ ਮੈਡੂਲਰੀ ਰੇਜ਼ ਹੈ ਨਾ। ਸੋ ਇਹ ਬੱਚੇ ਤੁਹਾਨੂੰ ਸੈਕੰਡਰੀ ਗਰੋਥ ਹੈ। ਠੀਕ ਹੈ। ਸਟੈਮ ਦੇ ਅੰਦਰ ਹੁਣ ਤੁਹਾਡੇ ਕੋਲ ਆ ਜਾਂਦੀ ਹੈ ਐਨੂਅਲ ਰਿੰਗਸ। ਠੀਕ ਹੈ। ਜਾਂ ਫਿਰ ਜਿਨ੍ਹਾਂ ਨੂੰ ਅਸੀਂ ਗਰੋਥ ਰਿੰਗਸ ਵੀ ਕਹਿ ਸਕਦੇ ਹਾਂ। ਐਨੂਅਲ ਰਿੰਗਸ ਦੇ ਵਿੱਚ ਤੁਹਾਡੇ ਕੋਲ ਬੱਚੇ ਇੱਕ ਤਰ੍ਹਾਂ ਦੀ ਕੀ ਆ ਜਾਣੀ ਆ, ਓਟਮ ਵੁੱਡ। ਠੀਕ ਹੈ। ਜਿਹਨੂੰ ਕਿ ਸਮਰ ਵੁੱਡ ਵੀ ਕਹਿੰਦੇ ਆ, ਅਤੇ ਦਿਸ ਸਪਰਿੰਗ ਵੁੱਡ, ਇਹਨਾਂ ਨੂੰ ਹੀ ਕਹਿੰਦੇ ਅਸੀਂ ਐਨੂਅਲ ਰਿੰਗਸ ਹੈ ਨਾ। ਓਟਮ ਦੇ ਮਤਲਬ ਓਟਮ ਕਦੋਂ ਕੀ ਹੁੰਦੀ, ਪਤਝੜ। ਠੀਕ ਹੈ ਨਾ। ਉਦੋਂ ਜਦੋਂ ਕੀ ਹੋਇਆ, ਜਿਹੜੀ ਸਟੈਮ ਦੇ ਅੰਦਰ ਜ਼ਾਈਲਮ ਸੀਗੀ। ਹੁਣ ਇੱਥੇ ਇੱਕ ਹੋਰ ਗੱਲ ਯਾਦ ਕਰ ਲਓ। ਠੀਕ ਹੈ। ਸੋ ਸਟੈਮ ਜਿਹੜੀ ਹੈਗੀ ਉਹ ਮੇਨ ਜ਼ਾਈਲਮ ਦੇ ਕਰਕੇ ਹੀ ਹੈ ਬੱਚੇ, ਜ਼ਾਈਲਮ ਦੀ ਹੀ ਵੁੱਡ ਬਣ ਜਾਂਦੀ ਹੈ, ਕਿਉਂਕਿ ਜ਼ਾਈਲਮ ਦੇ ਵਿੱਚ ਜ਼ਿਆਦਾ ਕਰਕੇ ਡੈਡ ਜਿਹੜੇ ਟਿਸ਼ੂਜ਼ ਸੀਗੇ ਹੈ ਨਾ, ਉਹਦੇ ਜ਼ਿਆਦਾ ਸੈੱਲ ਡੈਡ ਸੀਗੇ। ਸਿਰਫ ਪੇਰੈਂਕਾਈਮਾ ਲਿਵਿੰਗ ਸੀ, ਬਾਕੀ ਸਾਰੇ ਸੈੱਲ ਤਾਂ ਉਹਦੇ ਡੈਡ ਸੀ। ਸੋ ਜਿਹੜੀ ਅਸਲੀ ਦੇ ਵਿੱਚ ਦਰਖਤ 'ਚ ਵੁੱਡ ਹੁੰਦੀ ਹੈ ਨਾ, ਉਹ ਜ਼ਾਈਲਮ ਹੁੰਦੀ ਹੈ। ਹੁਣ ਜ਼ਾਈਲਮ ਨੂੰ ਕੀ ਫਰਕ ਪਿਆ ਸੀਜ਼ਨ ਦੇ ਹਿਸਾਬ ਦੇ ਨਾਲ। ਹੁਣ ਕੀ ਹੈ ਕਿ ਬੱਚੇ ਜਦੋਂ ਤਾਂ ਓਟਮ ਸੀਜ਼ਨ ਚੱਲ ਰਿਹਾ ਸੀ ਹੈ ਨਾ, ਪਤਝੜ ਸੀ, ਪੌਦਾ ਜਿਹੜਾ ਸੀਗਾ, ਠੀਕ ਹੈ, ਪਲਾਂਟ ਜਿਹੜਾ ਸੀਗਾ, ਉਹਨੂੰ ਇੰਨਾ ਜ਼ਿਆਦਾ ਪਾਣੀ ਨਹੀਂ ਚਾਹੀਦਾ। ਠੀਕ ਹੈ। ਓਟਮ ਸੀਜ਼ਨ 'ਚ ਕਿਉਂ, ਕਿਉਂਕਿ ਗਰੋਥ ਇੰਨੀ ਜ਼ਿਆਦਾ ਨਹੀਂ ਹੋ ਰਹੀ ਹੈ ਨਾ। ਠੀਕ ਹੈ। ਸੋ ਜ਼ਾਈਲਮ ਦੀਆਂ ਐਲੀਮੈਂਟਸ ਬਹੁਤ ਜ਼ਿਆਦਾ ਕੰਪੈਕਟ ਕਰ ਗਈਆਂ, ਮੋਟੀ ਵਾਲ ਵਾਲੀਆਂ ਹੋ ਗਈਆਂ। ਨੈਚੁਰਲੀ ਬੱਚੇ ਜਦੋਂ ਜ਼ਾਈਲਮ ਕੰਪੈਕਟ ਹੋ ਗਈ, ਸੁੰਗੜ ਗਈ, ਉਹਦੇ ਅੰਦਰ ਜਿਹੜੀ ਖਾਲੀ ਜਗ੍ਹਾ ਲਿਊਮਨ ਹੁੰਦੀ ਸੀ ਉਹ ਵੀ ਘਟ ਗਈ ਹੈ ਨਾ। ਜ਼ਾਈਲਮ ਦੇ ਜਿਹੜੇ ਬੈਂਡਸ ਸੀਗੇ,
ਠੀਕ ਹੈ। ਸੋ ਉਹ ਸੀਜ਼ਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਆਟਮ ਵੁੱਡ ਬਣਾਉਣੀ ਸ਼ੁਰੂ ਕਰ ਦਿੱਤੀ, ਜਦ ਕਿ ਦੂਸਰੇ ਪਾਸੇ ਸਪਰਿੰਗ ਸੀਜ਼ਨ ਜਦੋਂ ਹੁੰਦਾ, ਤੁਹਾਨੂੰ ਪਤਾ ਕਿ ਪੌਦਿਆਂ ਦੇ ਉੱਤੇ ਨਵੀਂ ਪੁੰਗਾਰ ਆਉਂਦੀ ਹੈ, ਗਰੋਥ ਹੁੰਦੀ ਹੈ, ਬਹੁਤ ਜ਼ਿਆਦਾ ਨਿਊਟਰੀਐਂਟਸ ਦੀ ਜ਼ਰੂਰਤ ਹੁੰਦੀ ਹੈ ਪੌਦਿਆਂ ਨੂੰ, ਹੈ ਨਾ। ਠੀਕ ਹੈ। ਸੋ ਹੁਣ ਜ਼ਾਈਲਮ ਜਿਹੜਾ ਹੈਗਾ, ਠੀਕ ਹੈ, ਸੋ ਉਹ ਕੀ ਹੈ, ਸੈਲਸ ਥਿਨ ਵਾਲਡ ਹੋ ਗਏ, ਲਿਊਮਨ ਉਹਦੇ 'ਚ ਨੈਚੁਰਲ ਥਿਨ ਵਾਲ ਹੋ ਗਏ, ਚੌੜੇ ਹੋ ਗਏ, ਹੈ ਨਾ। ਜ਼ਾਈਲਮ ਦੇ ਜਿਹੜੇ ਸੈਲਸ ਸੀਗੇ ਉਹਨਾਂ 'ਚ ਖਾਲੀ ਜਗ੍ਹਾ ਅੰਦਰੋਂ ਦੀ ਵੱਧ ਗਈ, ਹੈ ਨਾ। ਠੀਕ ਹੈ। ਸੋ ਇੱਦਾਂ ਦੀ ਜਿਹੜੀ ਵੁੱਡ ਤਿਆਰ ਹੋਏਗੀ ਅਸੀਂ ਉਹਨੂੰ ਸਪਰਿੰਗ ਵੁੱਡ ਕਵਾਂਗੇ। ਸੋ ਸਿੱਧੀ ਜਿਹੀ ਗੱਲ ਹੈ ਵੀ ਆਟਮ ਸੀਜ਼ਨ ਤੇ ਸਪਰਿੰਗ ਸੀਜ਼ਨ ਦੇ ਹਿਸਾਬ ਦੇ ਨਾਲ ਵੁੱਡ ਉੱਤੇ ਅਸਰ ਪੈਂਦਾ ਹੈ, ਜ਼ਾਈਲਮ ਦੇ ਸਟਰਕਚਰ ਦੇ ਉੱਤੇ ਅਸਰ ਪੈਂਦਾ ਹੈ ਨਾ। ਸੋ ਇਹ ਆਟਮ ਵੁੱਡ ਤੇ ਜਿਹੜੀ ਸਪਰਿੰਗ ਵੁੱਡ ਹੈਗੀਆਂ ਨੇ ਨਾ, ਇੱਕ ਸਾਲ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾਂਦੀਆਂ। ਦਾ ਆਟਮ ਵੁੱਡ ਐਂਡ ਦਾ ਸਪਰਿੰਗ ਵੁੱਡ ਆਰ ਪ੍ਰੋਡਿਊਸਡ ਇਨ 1 ਈਅਰ। ਨੈਚੁਰਲੀ ਇੱਕ ਸਾਲ ਦੇ ਅੰਦਰ ਅੰਦਰ ਆਟਮ ਵੀ ਆ ਜਾਂਦੀ ਹੈ ਤੇ ਸਪਰਿੰਗ ਵੀ ਆ ਜਾਂਦੀ। ਇਹਨਾਂ ਨੂੰ ਹੀ ਐਨੂਅਲ ਰਿੰਗਸ ਕਿਹਾ ਜਾਂਦਾ। ਇਹ ਡਾਰਕ ਲਾਈਟ ਕਲਰ ਦੀਆਂ ਹੋ ਸਕਦੀਆਂ ਹਨ। ਇਹਨਾਂ ਨੂੰ ਗਿਣ ਕੇ ਬੱਚੇ ਪਲਾਂਟ ਦੀ ਏਜ ਪਤਾ ਕੀਤੀ ਜਾ ਸਕਦੀ ਹੈ ਨੈਚੁਰਲੀ, ਹੈ ਨਾ। ਇੱਕ ਸਾਲ ਦੇ ਅੰਦਰ ਇੱਕ ਵਾਰੀ ਆਟਮ ਆ ਗਈ, ਇੱਕ ਵਾਰੀ ਸਪਰਿੰਗ ਆ ਗਈ, ਫਿਰ ਦੁਬਾਰਾ, ਹੈ ਨਾ। ਤੋ ਜਿੰਨੀਆਂ ਰਿੰਗਸ ਬਣਨਗੀਆਂ ਉਸ ਹਿਸਾਬ ਨਾਲ ਪਲਾਂਟ ਦੀ ਏਜ ਹੋਏਗੀ। ਇਹਨੂੰ ਡੈਂਡਰੋਕਰੋਨੋਲੋਜੀ ਵੀ ਕਹਿੰਦੇ ਹੈ, ਠੀਕ ਹੈ। ਡੈਂਡਰੋਕਰੋਨੋਲੋਜੀ ਵੀ ਕਹਿੰਦੇ ਆ। ਦੇਖੋ ਆਹ ਦਿਖਾਇਆ ਬੱਚੇ ਤੁਹਾਨੂੰ ਹੁਣ, ਹੈ ਨਾ। ਇੱਥੇ ਹੁਣ ਭਾਵੇਂ ਹਜੇ ਤੱਕ ਅਸੀਂ ਪੈਰੀਡਰਮ ਨਹੀਂ ਕੀਤੀ, ਹਜੇ ਤੱਕ ਸੈਕੰਡਰੀ ਗਰੋਥ ਚੱਲ ਰਹੀ ਹੈ ਨਾ। ਹਜੇ ਤੱਕ ਤਾਂ ਅਸੀਂ, ਤੁਹਾਨੂੰ ਪਤਾ ਪੈਰੀਡਰਮ ਪਤਾ ਤੁਹਾਨੂੰ, ਕੌਰਕ ਬਣਾਇਆ ਸੀ ਪਿੱਛੇ, ਕੌਰਕ ਕੈਂਬੀਅਮ, ਕੌਰਕ ਫੈਲੋਜਨ, ਫੈਲੋਡਰਮ ਉਹ ਕਰਾਂਗੇ। ਹਜੇ ਤੱਕ ਤਾਂ ਅਸੀਂ ਸਿਰਫ ਕੀ ਹੈ ਵੈਸਕੂਲਰ ਕੈਂਬੀਅਮ ਦੀ ਹੀ ਸਾਰੀ ਸੈਕੰਡਰੀ ਗਰੋਥ ਦੇਖੀ ਸੀ, ਉਹਦੇ ਨਾਲ ਕਿੱਦਾਂ ਹੋ ਰਹੀ ਹੈ। ਆਹ ਦੇਖੋ ਤਾਂ ਬੱਚੇ ਤੁਹਾਨੂੰ ਮੈਂ ਇੱਥੇ ਸਿਰਫ ਹੁਣ ਦਿਖਾਣੀ ਆ ਆਟਮ ਵੁੱਡ ਹੈ। ਇੱਕ ਵਾਰੀ ਆਟਮ ਵੁੱਡ ਬਣ ਗਈ, ਫਿਰ ਸਪਰਿੰਗ ਵੁੱਡ ਬਣ ਗਈ, ਫਿਰ ਆਟਮ ਵੁੱਡ ਬਣ ਗਈ, ਫਿਰ ਸਪਰਿੰਗ ਵੁੱਡ ਬਣ ਗਈ। ਤਾਂ ਨੈਚੁਰਲੀ, ਹੈ ਨਾ, ਹਰ ਸਾਲ ਬਣੀ ਜਾ ਰਹੀਆਂ ਨੇ। ਡਿਟੇਲ ਦੇ ਵਿੱਚ ਵੀ ਸੈੱਲ ਸਟਰਕਚਰ ਦਿਖਾ ਦਿੱਤਾ ਤੁਹਾਨੂੰ ਆਟਮ ਵੁੱਡ ਦਾ ਤੇ ਸਪਰਿੰਗ ਵੁੱਡ ਦਾ। ਓਕੇ, ਠੀਕ ਹੈ। ਸੋ ਇਸੇ ਤਰੀਕੇ ਦੇ ਨਾਲ ਤੁਹਾਡੇ ਕੋਲ ਅੱਗੇ ਆ ਜਾਂਦੀ ਹਾਰਟ ਵੁੱਡ ਤੇ ਸੈਪ ਵੁੱਡ, ਠੀਕ ਹੈ। ਇਹ ਅਸੀਂ ਹੁਣ ਬਾਅਦ ਦੇ ਵਿੱਚ ਕਰਾਂਗੇ। ਹਾਰਟ ਵੁੱਡ, ਹਾਰਟ ਡੇਲੀ ਹੈ, ਠੀਕ ਹੈ ਨਾ। ਹਾਰਟ ਵੁੱਡ, ਸੈਪ ਵੁੱਡ, ਹਾਰਡ ਵੁੱਡ ਤੇ ਸੌਫਟ ਵੁੱਡ ਵੀ ਹੈ, ਇਹ ਅਸੀਂ ਹੁਣ ਬਾਅਦ 'ਚ ਕਰਾਂਗੇ। ਤੇ ਹਜੇ ਸੈਕੰਡਰੀ ਗਰੋਥ ਦੇ ਵਿੱਚ ਸਟੈਮ ਦੇ, ਹੈ ਨਾ, ਬਾਹਰ ਵਾਲਾ ਪੋਰਸ਼ਨ ਰਹਿੰਦਾ ਪੈਰੀਡਰਮ, ਇਹਦੇ ਨਾਲ ਕੰਪਲੀਟ ਹੋਣੀ ਸੈਕੰਡਰੀ ਗਰੋਥ। ਉਹਨੇ ਵਿੱਚ ਹੀ ਵੁੱਡਸ ਦੇ ਬਾਰੇ 'ਚ ਵੀ ਦੱਸਣਾ ਸ਼ੁਰੂ ਕਰ ਦਿੱਤਾ ਨਾ, ਕਿ ਸਟੈਮ ਦੇ ਅੰਦਰ ਵੁੱਡ ਬਣਦੀ ਕਿੱਦਾਂ ਹੈ, ਠੀਕ ਹੈ, ਕਿਸ ਕਿਸ ਤਰੀਕਿਆਂ ਦੇ ਨਾਲ। ਇਹ 2 ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ। ਤੇ ਇੱਕ ਬੱਚੇ ਮੈਂ ਅੱਜ ਤੁਹਾਨੂੰ ਵੀਡੀਓ ਪਾਣੀ ਹੈ, ਠੀਕ ਹੈ, ਕਿਹੜੀ ਕਲਾਸ, ਐਮਫੀਬੀਆ, ਹੈ ਨਾ। ਹੁਣ ਮੈਂ ਤੁਹਾਨੂੰ ਐਮਫੀਬੀਅਨਸ ਪਾ ਦੇਣੀ ਹੈ ਕਲਾਸ, ਠੀਕ ਹੈ, ਕਿੰਗਡਮ ਐਨੀਮੀਲੀਆ 'ਚ।